ਸੋ ਅੱਜ ਜੋ ਆਪਾਂ ਗੱਲ ਕਰਨ ਜਾ ਰਹੇ ਹੈਗੇ ਆ ਉਹ ਹੈਗੇ ਲੱਛਣ ਤੇ ਪ੍ਰਭਾਵ ਦੇ ਆਧਾਰ ਨਾਲ ਵਿਸ਼ਾ ਦਾ ਵਰਗੀਕਰਨ। ਠੀਕ ਹੈ, ਐਜ਼ ਪਰ ਮਾਡਰਨ ਸਾਇੰਸ ਆਪਾਂ ਕਿਸ ਤਰ੍ਹਾਂ ਇਹਨਾਂ ਨੂੰ ਕਲਾਸੀਫਾਈ ਕਰ ਸਕਦੇ ਹਾਂ ਵਿਸ਼ਾ ਦੇ ਟਾਈਪਸ। ਹਾਲਾਂਕਿ ਇਹ ਚੀਜ਼ਾਂ ਥੋੜ੍ਹੀ ਡਿਟੇਲਸ ਵਿੱਚ ਵੀ ਆਉਣਗੀਆਂ, ਲੇਕਿਨ ਪਹਿਲੇ ਆਪਾਂ ਗੱਲ ਕਰਦੇ ਹਾਂ ਕੁਝ ਵੀ ਜਿਹੜੇ ਹੈਗੇ ਸਥਾਨਿਕ ਤੌਰ 'ਤੇ ਪ੍ਰਭਾਵ ਕਰਦੇ ਹੈਗੇ ਆ। ਸਥਾਨਿਕ ਤੌਰ ਦਾ ਮਤਲਬ ਹੈਗਾ ਜਿਸ ਜਗ੍ਹਾ 'ਤੇ ਅਪਲਾਈ ਕੀਤਾ ਉਸ ਜਗ੍ਹਾ 'ਤੇ ਅਸਰ ਕੀਤਾ। ਸਪੋਜ਼ ਜਿਸ ਤਰ੍ਹਾਂ ਐਸਿਡ ਹੈ ਕੋਈ ਚੀਜ਼ ਗਿਰ ਗਈ ਤੁਹਾਡੇ ਉੱਤੇ, ਕੋਈ ਐਲਕਲੀ ਕੋਈ ਕੰਸਨਟ੍ਰੇਟਡ ਐਲਕਲੀ ਗਿਰ ਗਿਆ, ਸੋ ਉਹ ਕੀ ਹੈਗੇ ਆ ਸਥਾਨਿਕ ਪ੍ਰਭਾਵ ਕਰਨ ਵਾਲੇ। ਕੁਝ ਵਿਸ਼ ਐਸੇ ਹੈਗੇ ਆ ਜਿਹੜੇ ਸਾਰਵਦੇਹਿਕ ਪ੍ਰਭਾਵ ਕਰਦੇ ਹੈਗੇ ਆ। ਤੁਸੀਂ ਲਿਆ, ਤੁਹਾਡੀ ਸਾਰੇ ਸਰੀਰ ਵਿੱਚ ਜਾ ਕੇ ਉਹਨੇ ਅਸਰ ਕੀਤਾ। ਕੋਈ ਵੀ ਕਿਸੇ ਕਿਸਮ ਦੀ ਤੁਸੀਂ ਕਹਿ ਸਕਦੇ ਹੋ ਕੋਈ ਰਿਐਕਸ਼ਨ ਹੋ ਗਈ ਜਾਂ ਕੋਈ ਮੈਟਲ ਹੋ ਗਈ, ਕੋਈ ਨੋਨ ਮੈਟਲ ਪਾਇਜ਼ਨਿੰਗ ਹੋ ਗਈ ਜਿਹੜੀ ਤੁਸੀਂ ਲਈ ਤੇ ਉਹਦੇ ਨਾਲ ਪੂਰੇ ਸਰੀਰ ਵਿੱਚ ਜਾ ਕੇ ਕਿਸੇ ਵਿਸ਼ੈਲੀ ਵਸਤੂ ਨੇ ਕੱਟ ਲਿਆ, ਤੇ ਉਹ ਸਾਰੇ ਜਿਹੜੇ ਹੈਗੇ ਸਾਰਵਦੇਹਿਕ ਹੈਗੇ। ਕੁਝ ਵਿਸ਼ਾ ਦਾ ਪ੍ਰਭਾਵ ਸਾਰਵਦੇਹਿਕ ਵੀ ਹੁੰਦਾ ਹੈ ਤੇ ਸਥਾਨਿਕ ਵੀ ਹੁੰਦਾ ਹੈ। ਜਿਸ ਤੁਹਾਨੂੰ ਪਿੱਛੋਂ ਨਹੀਂ ਕੱਟਿਆ, ਜਿਸ ਜਗ੍ਹਾ 'ਤੇ ਕੱਟਿਆ ਉਸ ਜਗ੍ਹਾ 'ਤੇ ਕੀ ਹੈ ਬਹੁਤ ਤੇਜ਼ ਦਰਦ ਹੈ, ਇੱਕਦਮ ਇੰਨਾ ਤੇਜ਼ ਪੇਨ ਹੈ ਕਿ ਪੇਸ਼ੈਂਟ ਸਹਿਨ ਨਹੀਂ ਕਰ ਪਾ ਰਿਹਾ। ਉਹਦੇ ਨਾਲ ਕੀ ਹੋ ਰਿਹਾ, ਉਹਨੂੰ ਘਬਰਾਹਟ ਵੀ ਹੋ ਰਹੀ ਹੈ, ਬੇਚੈਨੀ ਵੀ ਹੋ ਰਹੀ ਹੈ, ਚੱਕਰ ਵੀ ਆ ਰਹੇ ਹੈ, ਹਾਈਪੋਟੈਂਸ਼ਨ ਵੀ ਹੋ ਰਹੀ ਹੈ, ਸਾਰੀ ਚੀਜ਼ਾਂ ਉਹਦੇ ਨਾਲ ਜੁੜੀਆਂ ਹੋਈਆਂ। ਸੋ ਆਪਾਂ ਗੱਲ ਕਰੀਏ ਤਾਂ ਸਥਾਨਿਕ, ਸਾਰਵਦੇਹਿਕ ਤੇ ਦੋਨੋਂ ਉਭੇ ਦੋਨੋਂ ਤਿੰਨੋਂ ਤਰ੍ਹਾਂ ਦੇ ਪ੍ਰਭਾਵ ਸਾਡੇ ਵਿਸ਼ਵ ਵਿੱਚ ਦੇਖੇ ਜਾਂਦੇ ਹੈਗੇ ਆ। ਹੁਣ ਗੱਲ ਕਰੀਏ ਕੁਝ ਇਹਨਾਂ ਦੇ ਆਧਾਰ 'ਤੇ ਆਪਾਂ 6 ਵਰਗਾਂ ਵਿੱਚ ਵੰਡ ਦਿੰਦੇ ਹਾਂ। ਸਭ ਤੋਂ ਪਹਿਲਾਂ ਆਉਂਦਾ ਕੋਰੋਸਿਵਸ, ਜਿਹੜੇ ਸ਼ੋਭ ਉਤਪੰਨ ਪੈਦਾ ਕਰਦੇ ਆ। ਜਿਹੜੇ ਵੀ ਅੰਗ ਦੇ ਸੰਪਰਕ ਵਿੱਚ ਆਉਂਦੇ ਆ ਉਹਦੇ ਵਿੱਚ ਬਹੁਤ ਤੇਜ਼ ਦਾਹ, ਜਲਨ ਔਰ ਸੋਜਿਸ਼ ਪੈਦਾ ਕਰਦੇ ਹੈਗੇ ਆ। ਥੀਸ ਆਰ ਕੋਲਡ ਕੋਰੋਸਿਵ, ਮਤਲਬ ਜਿਹੜੇ ਉਖਾੜਨ ਵਾਲੇ, ਉਸ ਜਗ੍ਹਾ ਤੋਂ ਕੱਢ ਦੇਣ ਵਾਲੇ ਜਿਹੜੇ ਹੈਗੇ ਆ। ਆਮ ਤੌਰ 'ਤੇ ਇਹ ਕੀ ਕਰਦੇ ਆ, ਟਿਸ਼ੂ ਇੰਜਰੀ ਪ੍ਰੋਡਿਊਸ ਕਰਦੇ ਆ, ਉਤਕਾ ਵਿੱਚ ਘਾਹ ਉਤਪੰਨ ਕਰ ਦਿੰਦੇ ਹੈਗੇ ਆ। ਇਹਨਾਂ ਨੂੰ ਆਪਾਂ 4 ਡਿਵੀਜ਼ਨਸ ਦਿੱਤੀਆਂ ਹੈਗੀਆਂ, ਆਲਮੋਸਟ ਮਿਨਰਲ ਐਸਿਡ, ਆਰਗੈਨਿਕ ਐਸਿਡ, ਵੈਜੀਟੇਬਲ ਐਸਿਡਸ ਐਂਡ ਕੰਸਨਟ੍ਰੇਟਿਡ ਐਲਕਲੀਜ਼। ਇਸ ਗਰੁੱਪ ਦੇ ਅੰਦਰ ਅਗਰ ਤੁਸੀਂ ਲੋਗੇ ਤਾਂ ਜ਼ਿਆਦਾਤਰ ਕੀ ਆਉਂਦੇ ਹੈ, ਸਲਫੂਰਿਕ ਐਸਿਡ ਮਿਨਰਲ ਐਸਿਡ ਦੇ ਅੰਦਰ, ਨਾਈਟ੍ਰਿਕ ਐਸਿਡ, ਥੀਸ ਆਰ ਦ ਕੰਸਨਟ੍ਰੇਟਿਡ ਐਸਿਡਸ। ਸਿਮਿਲਰਲੀ ਆਰਗੈਨਿਕ ਐਸਿਡ ਦੇ ਅੰਦਰ ਕਾਰਬੋਲਿਕ ਐਸਿਡ ਜਿਹਨੂੰ ਫਿਨੋਲ ਕਹਿੰਦੇ ਹੋ, ਐਗਜ਼ੈਲਿਕ ਐਸਿਡਸ, ਇਹ ਸਾਰੇ ਉਸ ਵਿੱਚ ਆਉਂਦੇ ਹੈਗੇ ਆ। ਥਰਡ ਆਉਂਦਾ ਹੈ ਵੈਜੀਟੇਬਲ ਐਸਿਡ, ਹਾਈਡਰੋਸੈਨਿਕ ਐਸਿਡਸ, ਕਾਫੀ ਕਾਮਨ ਪਾਇਜ਼ਨਿੰਗ ਹਾਈਡਰੋਸੈਨਿਕ ਐਸਿਡ ਜਿਹੜੀ ਹੈਗੀ। ਥਰਡ ਆਉਂਦਾ ਹੈ, ਫੋਰਥ ਆਉਂਦਾ ਹੈ ਕੰਸਨਟ੍ਰੇਟਿਡ ਐਲਕਲੀਜ਼। ਲਾਈਟ ਐਲਕਲੀਜ਼ ਜਿਹੜੇ ਡਾਇਲੂਟਿਡ ਐਲਕਲੀਜ਼ ਉਹਨਾਂ ਤੋਂ ਕੋਈ ਬਹੁਤ ਤੇਜ਼ ਅਸਰ ਨਹੀਂ ਹੁੰਦਾ, ਬਟ ਲੇਕਿਨ ਅਗਰ ਐਲਕਲੀਜ਼ ਨੂੰ ਆਪਾਂ ਹਾਈ ਕੰਸਨਟ੍ਰੇਸ਼ਨ 'ਚ ਕਰ ਦਿੰਦੇ ਹੈਗੇ ਆ ਤਾਂ ਉਹ ਬਹੁਤ ਜ਼ਿਆਦਾ ਘਾਤਕ ਹੁੰਦੇ ਹੈਗੇ ਆ। ਜਿਸ ਤਰ੍ਹਾਂ ਕਾਸਟਿਕ ਸੋਡਾ ਹੈਗਾ, ਪੋਟਾਸ਼ ਹੈਗਾ, ਇਹ ਸਾਰੇ ਕੀ ਹੈ ਕਿ ਕੰਸਨਟ੍ਰੇਟਿਡ ਐਲਕਲੀਜ਼ ਹੈਗੇ ਆ। ਸੈਕਿੰਡ ਪਾਰਟ ਆਉਂਦਾ ਹੈਗਾ ਸ਼ੋਭਕ ਵਿਸ਼। ਸ਼ੋਭਕ ਦਾ ਮਤਲਬ ਕਿ ਸ਼ੋਭ ਉਤਪੰਨ ਕਰਨਾ, ਇਰੀਟੇਸ਼ਨ ਉਤਪੰਨ ਕਰਨਾ। ਖਾਸ ਕਰ ਐਸੇ ਵਿਸ਼ ਕੀ ਕਰਦੇ ਜਿਸ ਤਰ੍ਹਾਂ ਪੇਟ ਵਿੱਚ ਜਾਂਦੇ ਹੈਗੇ ਆ ਤਾਂ ਉਧਰ ਦੇ ਅੰਦਰ ਇੱਕ ਉਤਪੀੜਨ ਪੈਦਾ ਕਰਦੇ ਹੈਗੇ ਆ। ਉਹਦੇ ਨਾਲ ਇੱਕ ਬਾਈਟ ਜਿਹਨੂੰ ਕਹਿੰਦੇ ਨਾ ਪੇਟ ਵਿੱਚ ਮੁੜੋੜ ਉੱਠਣਾ, ਠੀਕ ਹੈ, ਉਸ ਤਰ੍ਹਾਂ ਦਾ ਸ਼ੋਭ ਉਤਪੰਨ ਕਰਦੇ ਹੈਗੇ ਆ। ਔਰ ਉਸ ਤੋਂ ਬਾਅਦ ਸ਼ੋਭ ਉਤਪੰਨ ਹੋਏਗਾ ਤਾਂ ਇੰਟੈਸਟਾਈਨਲ ਮੂਵਮੈਂਟਸ ਵੱਧ ਜਾਣਗੇ, ਜਿਹਦੇ ਨਾਲ ਰੇਚਨ ਦੀ ਪ੍ਰਕਿਰਿਆ ਵੱਧ ਜਾਏਗੀ, ਇਸ ਲਈ ਰੇਚਨ ਪ੍ਰੋਡਿਊਸ ਕਰਨਗੇ। ਆਮ ਤੌਰ 'ਤੇ ਕੀ ਜਦ ਦੇਖਿਆ ਜਾਂਦਾ ਪੋਸਟਮਾਰਟਮ ਸਟੱਡੀਜ਼ ਦੇ ਅੰਦਰ ਤਾਂ ਕਿ ਜਿਹੜੀ ਮਿਊਕਸ ਮੈਮਬ੍ਰੇਨ ਹੈ ਸਾਡੀ, ਜਿਹੜੀ ਖਾਸ ਕਰ ਐਸੇ ਸ਼ੋਭਕ ਵਿਸ਼ਾ ਦੇ ਨਾਲ ਹੈਗੀ ਹੈ, ਉਹ ਜ਼ਿਆਦਾਤਰ ਐਰਦੀਮੇਟਸ ਹੈਗੀ ਹੈ, ਮਤਲਬ ਲਾਲ ਹੋ ਗਈ, ਲਾਲੀ ਹੋ ਗਈ, ਉਸ ਦੇ ਉੱਤੇ ਸੋਜਿਸ਼ ਆ ਗਈ ਹੈ। ਕਈ ਵਾਰ ਤਾਂ ਇੰਨਾ ਕੁਝ ਹੁੰਦਾ ਹੈ ਕਿ ਮਤਲਬ ਤੁਸੀਂ ਦੇਖੋ ਕਿ ਨੀਲਾ ਪੈ ਜਾਂਦਾ ਬਿਲਕੁਲ ਜਿਹੜਾ ਹੈਗਾ, ਠੀਕ ਹੈ। ਸੋ ਇਹ ਜਦ ਚੀਜ਼ਾਂ ਹੈਗੀਆਂ ਖਾਸ ਕਰ ਪੋਸਟਮਾਰਟਮ ਸਟੱਡੀਜ਼ ਦੇ ਅੰਦਰ ਦੇਖੀਆਂ ਜਾਂਦੀਆਂ, ਉਹਨਾਂ ਨੂੰ ਪ੍ਰੀਜ਼ਰਵ ਕੀਤਾ ਅੱਗੇ ਆਏਗਾ ਤੁਹਾਡੇ ਵੀ ਸੈਂਪਲਿੰਗ ਕਿਸ ਤਰ੍ਹਾਂ ਕਰਨੀ ਹੈ। ਬਟ ਇਸ ਵਾਸਤੇ ਦੱਸਣਾ ਜ਼ਰੂਰੀ ਹੈ ਕਿ ਜਿੰਨੇ ਸ਼ੋਭਕ ਵਿਸ਼ੇ ਜਦ ਸਾਨੂੰ ਅਗਰ ਇੰਟੈਸਟਾਈਨ ਆਪਾਂ ਪ੍ਰੀਜ਼ਰਵ ਕਰਦੇ ਤਾਂ ਖਾਸ ਕਰ ਸ਼ੋਭਕ ਵਿਸ਼ਾ ਵਾਸਤੇ ਆਪਾਂ ਦੇਖਦੇ ਹੈਗੇ ਹਾਂ। ਉਹਦੇ ਵਿੱਚ ਵੀ 3 ਵੈਰਾਈਟੀਜ਼ ਹੈ, ਇਨਆਰਗੈਨਿਕ, ਆਰਗੈਨਿਕ ਤੇ ਮਕੈਨਿਕ। ਇਨਆਰਗੈਨਿਕ ਜਿਹੜੇ ਹੈਗੇ ਆ ਉਹਨਾਂ ਵਿੱਚ ਸਭ ਤੋਂ ਪਹਿਲੇ ਆਉਂਦੇ ਆ ਮੈਟੈਲਿਕਸ ਐਂਡ ਨੋਨ ਮੈਟੈਲਿਕਸ। ਮੈਟੈਲਿਕਸ ਐਂਡ ਨੋਨ ਮੈਟੈਲਿਕਸ, ਨੋਨ ਮੈਟੈਲਿਕਸ ਤੁਹਾਨੂੰ ਪਤਾ ਹੈ ਫਾਸਫੋਰਸ ਹੋ ਗਈ, ਕਲੋਰੀਨ ਹੋ ਗਈ, ਫਲੋਰੀਨ ਹੋ ਗਈ, ਇਹ ਸਾਰੇ ਥੀਸ ਆਰ ਦ ਨੋਨ ਮੈਟਲਸ। ਮੈਟਲਸ ਦੇ ਅੰਦਰ ਹੋ ਗਏ ਖਾਸ ਕਰ ਪਾਰਦ ਹੈ, ਤਾಮ್ਰ ਹੈ, ਵੰਗ ਹੈ, ਨਾਗ ਹੈ, ਇਹ ਸਭ ਚੀਜ਼ਾਂ, ਸੰਖਿਆ ਹੈ, ਇਹ ਸਾਰੇ ਹੋ ਗਏ ਖਾਸ ਕਰ ਮੈਟੈਲਿਕਸ ਦੇ ਅੰਦਰ। ਉਸ ਤੋਂ ਬਾਅਦ ਆਉਂਦੇ ਆਰਗੈਨਿਕ ਵਿਸ਼ ਦੀ ਗੱਲ ਕਰੀਏ ਤਾਂ ਆਰਗੈਨਿਕ ਵਿੱਚ ਵੈਜੀਟੇਬਲਸ, ਐਨੀਮਲ ਓਰੀਜਨਸ ਨੂੰ ਆਪਾਂ ਹੁਣੇ ਪਹਿਲੀ ਕਲਾਸ ਵੀ ਕਰਕੇ ਹਟੇ ਹੈਗੇ। ਕੁਝ ਵੈਜੀਟੇਬਲ ਓਰੀਜਨ ਦੇ ਜਿਸ ਤਰ੍ਹਾਂ ਬਸਨਾਭ ਹੈ, ਕੁਚਲਾ ਹੈ, ਅਰੰਡ ਹੈਗਾ। ਐਨੀਮਲ ਓਰੀਜਨ ਦੇ ਜਿਸ ਤਰ੍ਹਾਂ ਸੱਪ ਦਾ ਜ਼ਹਿਰ ਹੈਗਾ, ਬਿੱਛੂ ਦਾ ਜ਼ਹਿਰ ਹੈ, ਮੱਖੀ ਦਾ ਜ਼ਹਿਰ ਹੈਗਾ, ਜ਼ਹਿਰੀਲੀ ਫਿਸ਼ੀਜ਼ ਹੈਗੇ ਉਹਨਾਂ ਦਾ ਜ਼ਹਿਰ ਹੈਗਾ। ਸੋ ਥੀਸ ਆਰ ਆਫ ਦਾ ਐਨੀਮਲ ਓਰੀਜਨ। ਫਿਰ ਆਉਂਦੇ ਕੁਝ ਜਿਹੜੀਆਂ ਹੈਗੀਆਂ ਜਿਹੜੇ ਪ੍ਰੋਫੈਸ਼ਨਲੀ ਆਪਾਂ ਮਕੈਨੀਕਲ ਇੰਜਰੀਜ਼ ਹੈਗੀਆਂ, ਮਕੈਨੀਕਲ ਖਾਸ ਕਰ ਪਾਰਟ ਮਕੈਨੀਕਲ ਪਾਇਜ਼ਨ ਦੇ ਨਾਲ ਗੱਲ ਕਰੀਏ, ਉਹਨਾਂ ਵਿੱਚ ਕੀ ਹੈ ਸ਼ੀਸ਼ੇ ਦਾ ਚੂਰਨ, ਹੀਰੇ ਦੀ ਧੂਲ, ਕਟੂ ਬਾਲ, ਮਤਲਬ ਤੁਸੀਂ ਦੇਖੋ ਕਿ ਜਿਹੜੇ ਸ਼ੀਸ਼ੇ ਦਾ ਕੰਮ ਕਰਦੇ ਹੈਗੇ ਆ, ਠੀਕ ਹੈ, ਹੁੰਦਾ ਕੀ ਹੈ, ਕੀ ਕਰਦੇ ਆ ਉਸ ਨਾਲ ਰਗੜਾਈ ਕਰਦੇ ਉਹਦੇ ਨਾਲ, ਅਤੇ ਸ਼ੀਸ਼ੇ ਦੀ ਚੂਰ ਕਿਸ ਤਰ੍ਹਾਂ ਜਾਂਦਾ ਹੈ, ਇਨਹੇਲੇਸ਼ਨ ਦੇ ਨਾਲ ਵੀ ਅੰਦਰ ਜਾਂਦਾ ਹੈਗਾ। ਤੁਸੀਂ ਦੇਖੋ ਕਿ ਜਿਹੜੇ ਲੋਕ ਪੱਥਰ ਦੀ ਕਟਾਈ ਕਰਦੇ ਹੈਗੇ ਖਾਸ ਕਰ, ਉਹ ਲੋਕ ਕੀ ਕਰਦੇ, ਤੁਸੀਂ ਦੇਖੀ ਧਾਰ ਬਣਾਉਣ ਵਾਸਤੇ ਉਸ ਨੂੰ ਬਲੇਡ ਨੂੰ ਬਾਰ-ਬਾਰ ਰਗੜਦੇ ਹੈਗੇ। ਸੋ ਦੇ ਆਰ ਇਨਹੇਲਿੰਗ ਦੈਟ। ਇਹ ਪ੍ਰੋਫੈਸ਼ਨ ਜੋ ਹੈਗੇ, ਜਿਸ ਤਰ੍ਹਾਂ ਹੁਣ ਕੋਈ ਜਵੈਲਰ ਹੈਗਾ, ਅਗਰ ਹੀਰੇ ਦਾ ਪ੍ਰੋਪਰ ਦੀ ਕਟਾਈ, ਹੀਰੇ ਦੀ ਤਰਾਸ਼ਣ ਦੇ ਨਾਲ ਹੀ ਤਾਂ ਉਹਦੀ ਵੈਲਿਊ ਹੈਗੀ ਹੈ। ਜਦੋਂ ਉਸ ਨੂੰ ਤਰਾਸ਼ਦਾ ਹੈ, ਉਸ ਨੂੰ ਇੱਕ ਪਲੇਨ ਇੱਕ ਸਤਹ ਨੂੰ ਅਲੱਗ-ਅਲੱਗ ਕਰਵਸ ਦਿੰਦਾ ਹੈਗਾ, ਤਾਂ ਉਹਦੇ ਨਾਲ ਜਿਹੜੀ ਧੂਲ ਹੈ ਉਹ ਸਾਡੇ ਇਨਹੇਲੇਸ਼ਨ ਦੇ ਨਾਲ ਸਾਡੇ ਅੰਦਰ ਚਲੀ ਜਾਂਦੀ ਹੈ, ਕਿਸੇ ਵੀ ਰੂਪ ਦੇ ਥਰੂ ਜਾ ਸਕਦੀ ਹੈਗੀ ਹੈ, ਬਟ ਦਿਸ ਇਜ਼ ਅ ਮੈਥਡ। ਸੋ ਇਹ ਉਹ ਚੀਜ਼ ਹੈ ਜਿਹੜੀ ਮਕੈਨੀਕਲ ਹੈਗੇ ਪਾਇਜ਼ਨਸ। ਸੋ ਇਹਦੇ ਵਿੱਚ ਆਪਾਂ 3 ਤਰ੍ਹਾਂ ਦੇ ਪਾਇਜ਼ਨ ਦੀ ਗੱਲ ਕੀਤੀ। ਫਿਰ ਆਉਂਦਾ ਹੈਗਾ ਨਿਊਰੋਟਿਕਸ।
ਤੰਤਰਿਕਾ ਤੰਤਰ ਪ੍ਰਭਾਵਕ ਵਿਸ਼। ਇਹਦੇ ਅੰਦਰ ਤੁਸੀਂ ਜਾਣਦੇ ਹੋ ਸਾਡਾ ਕੀ ਹੈਗਾ, ਸੈਂਟਰਲ ਨਰਵਸ ਸਿਸਟਮ ਹੈਗਾ ਪਲੱਸ ਪੈਰੀਫਰਲ ਨਰਵਸ ਸਿਸਟਮ ਹੈ। ਸੈਂਟਰਲ ਨਰਵਸ ਸਿਸਟਮ ਬ੍ਰੇਨ ਪਲੱਸ ਸਪਾਈਨਲ ਕੋਰਡ ਪਲੱਸ ਪੈਰੀਫਰਲ ਨਰਵਸ ਸਿਸਟਮ ਹੋ ਗਿਆ। ਇਹਦੇ ਵਿੱਚ ਖਾਸ ਕਰ ਜਿਹੜਾ ਹੈਗਾ ਜਿਹੜੇ ਵਿਸ਼ ਜ਼ਿਆਦਾਤਰ ਸਿੱਧੇ ਨਰਵਸ ਤੇ ਇਫੈਕਟ ਕਰਦੇ ਹੈਗੇ। ਐਸੇ ਨਰਵਸ ਨੂੰ ਖਾਸ ਕਰ ਇਹਦੇ ਨਾਲ ਕੀ ਹੁੰਦਾ, ਸਿਰ ਦਰਦ, ਨਿੰਦਰਾਲੁਤਾ, ਚੱਕਰ ਆਉਣਾ, ਭ੍ਰਮ, ਪ੍ਰਲਾਪ, ਜੜਤਾ, ਸੰਨਿਆਸ, ਆਖੇਪ, ਅੰਗਘਾਤ। ਇਹ ਮੈਂ ਵਰਡ ਜਲਦੀ ਵਿੱਚ ਇਸ ਲਈ ਬੋਲੇ ਕਿਉਂਕਿ ਇਹ ਸਾਰੇ ਅੱਗੇ ਤੁਹਾਡੇ ਬਹੁਤ ਡਿਟੇਲ ਵਿੱਚ ਆਉਣੀਆਂ ਚੀਜ਼ਾਂ ਜਿਹੜੀਆਂ ਹੈਗੀਆਂ। ਇਹ ਉਹ ਚੀਜ਼ਾਂ ਹੈਗੀਆਂ ਜਿਹੜੀ ਸਾਡੇ ਨਿਊਰੋਨਸ ਦੇ ਨਾਲ ਜੁੜੀਆਂ ਹੋਈਆਂ। ਹੁਣ ਇੱਕ ਅੰਗ ਹੈ, ਅੰਗ ਕੰਮ ਕਰਨਾ ਬੰਦ ਕਰ ਗਿਆ, ਉਹਦਾ ਕਾਰਨ ਕੀ ਹੋ ਸਕਦਾ, ਆਈਦਰ ਬਲੱਡ ਸਪਲਾਈ ਔਰ ਆਈਦਰ ਨਰਵ ਸਪਲਾਈ, ਔਰ ਜ਼ਿਆਦਾ ਚਾਂਸਿਸ ਹੈ ਨਰਵ ਸਪਲਾਈ। ਅਗਰ ਉਹ ਨਰਵ ਸਪਲਾਈ ਆਪਾਂ ਕੁਝ ਦੇਰ ਵਾਸਤੇ ਹੈਂਪਰ ਕਰਦੀ, ਤੁਸੀਂ ਦੇਖਿਆ ਹੋਏਗਾ ਆਮ ਤੌਰ ਤੇ ਪੇਸ਼ੈਂਟਸ ਕੀ ਹੁੰਦਾ, ਕੋਈ ਨਸ ਦਬ ਗਈ, ਕਹਿੰਦੇ ਨਸ ਦਬ ਗਈ ਹੈ ਨਾ, ਪਾਰਟ ਸੁੰਨ ਹੋ ਗਿਆ, ਪੈਰਾਸਥੀਸੀਆ ਅਲੱਗ ਤਰ੍ਹਾਂ ਦੀ ਸੈਂਸੇਸ਼ਨਸ ਪੈਦਾ ਹੋਣੀ ਸ਼ੁਰੂ ਹੋ ਗਈਆਂ। ਸੋ ਇੱਥੇ ਆਪਾਂ ਪਾਰਟ ਕਰ ਰਹੇ ਸੈਂਟਰਲ ਨਰਵਸ ਸਿਸਟਮ, ਪੈਰੀਫਰਲ ਨਰਵਸ ਸਿਸਟਮ। ਜਿਸ ਜਗ੍ਹਾ ਤੇ ਨਰਵਸ ਦਾ ਤੁਹਾਨੂੰ ਪਤਾ ਚੱਲਦਾ ਕਿ ਨਰਵ ਆਈਦਰ ਐਨਰਸਾਈਜ਼ ਹੋ ਗਈਆਂ ਜਾਂ ਡੈਮੇਜ ਹੋ ਗਈਆਂ, ਉੱਥੇ ਜਿਹੜੀ ਹੈ ਅਲੱਗ ਤਰ੍ਹਾਂ ਦੀ ਸੈਂਸੇਸ਼ਨ ਪੈਦਾ ਹੋ ਸਕਦੀ ਹੈ। ਖਾਸ ਕਰ ਆਪਾਂ ਗੱਲ ਕਰੀਏ ਅਕਸ਼ੇਪ, ਕਨਵਲਜ਼ਨਸ ਆਉਂਦੇ ਹੈਗੇ, ਕਿਉਂਕਿ ਉੱਥੇ ਖਾਸ ਕਰ ਜਿਹੜਾ ਨਰਵਸ ਦਾ ਪਾਰਟ ਹੈਗਾ ਉਹ ਨਰਵਸ ਵਾਲੇ ਪਾਰਟ ਨੂੰ ਡੈਮੇਜ ਕਰਦੇ ਹੈਗੇ। ਦੈਟਸ ਵਾਈ ਕਨਵਲਜ਼ਨਸ ਆਉਂਦੇ। ਸੈਂਟਰਲ ਨਰਵਸ ਸਿਸਟਮ ਤੇ ਇਫੈਕਟ ਹੋਏਗਾ ਤਾਂ ਕੀ ਹੋਏਗਾ, ਸੈਂਟਰਲ ਨਰਵਸ ਸਿਸਟਮ ਸਾਡਾ ਇੰਟੈਲੀਜੈਂਸ, ਕੋਗਨੀਸ਼ਨ, ਮੈਮਰੀ ਸਾਰੀ ਚੀਜ਼ਾਂ ਦਾ ਘਰ ਹੈ। ਜੇ ਸੈਂਟਰਲ ਨਰਵਸ ਸਿਸਟਮ ਇਫੈਕਟਡ ਹੋਏਗਾ ਤਾਂ ਕੀ ਹੋਏਗਾ, ਇਹ ਸਭ ਚੀਜ਼ਾਂ ਹੈਂਪਰ ਹੋਣਗੀਆਂ। ਔਰ ਅਗਰ ਮੰਨ ਲਓ ਪੈਰੀਫਰਲ ਨਰਵਸ ਸਿਸਟਮ ਹੈਗਾ, ਕੀ ਹੈਗਾ ਉਹਦੇ ਵਿੱਚ ਆਟੋਨੋਮਸ ਵੀ ਹੈਗਾ ਪਲੱਸ ਦੂਜੇ ਵੀ ਸਿਸਟਮ ਹੈਗੇ, ਤਾਂ ਅਗਰ ਉਹ ਇਫੈਕਟਡ ਹੋਏਗਾ ਤਾਂ ਬਾਕੀ ਚੀਜ਼ਾਂ ਵੀ ਇਫੈਕਟਡ ਹੋਣਗੀਆਂ। ਜਿਹੜੀ ਨਰਵਸ ਦੀ ਸੈਂਸੇਸ਼ਨ ਹੈ ਤੁਹਾਡੇ ਬੋਡੀ ਦੇ ਜਿੰਨੇ ਡਰਮੇਟੋਮਸ ਹੈਗੇ ਉਹ ਸਾਰੇ ਇਫੈਕਟਡ ਹੋਣਗੇ, ਉਸ ਜਗ੍ਹਾ ਤੇ ਅਲੱਗ-ਅਲੱਗ ਤਰ੍ਹਾਂ ਦੀ ਸੈਂਸੇਸ਼ਨ ਆਉਣੀ ਸ਼ੁਰੂ ਹੋਣਗੀਆਂ। ਸੋ ਇਹ ਸਾਰਾ ਪਾਰਟ ਹੈ ਨਿਊਰੋਟਿਕਸ ਦਾ। ਇਹ ਸਭ ਜਿਹੜੇ ਸਿੰਪਟਮ ਹੈਗੇ, ਸਿਰ ਦਰਦ, ਨਿੰਦਰਾਲਤਾ, ਚੱਕਰ ਆਉਣਾ, ਇਹ ਸਾਰੇ ਜ਼ਿਆਦਾਤਰ ਕਾਮਨਲੀ ਨਿਊਰੋਟਿਕ ਪ੍ਰੋਬਲਮ ਵਿੱਚ ਮਿਲਣਗੇ ਹੀ ਮਿਲਣਗੇ। ਇਹਦੇ ਵਿੱਚ ਅਗਰ ਗੱਲ ਕਰੀਏ ਤਾਂ ਸੈਰੀਬਰਲ ਵਿੱਚ ਫਿਰ ਅੱਗੇ ਇਹਨਾਂ ਨੇ ਤਿੰਨ ਵਿੱਚ ਗੱਲ ਕੀਤੀ ਹੈ, ਸੋਮੈਨੀਫੇਰਸ, ਇਨੈਬਰੀਐਂਟ ਐਂਡ ਡੈਲੀਰੀਐਂਟ। ਸੋਮੈਨੀਫਰਮ ਕਿਹੜੇ ਹੈਗੇ, ਜਿਸ ਤਰ੍ਹਾਂ ਤੁਸੀਂ ਦੇਖਿਓ ਕਿ ਜ਼ਿਆਦਾਤਰ ਅਫੀਮ, ਬੁੱਕੀ ਵਗੈਰਾ ਜਿਹੜੇ ਲੋਕ ਖਾਂਦੇ ਹੈਗੇ, ਮਾਦਕ ਦਰਵਯ ਦਾ ਨਸ਼ਾ ਕਰਦੇ ਹੈਗੇ। ਕਿਸ ਵਾਸਤੇ ਕਰਦੇ ਹੈਗੇ, ਤਾਂ ਕਿ ਇੱਕ ਅਲੱਗ ਦੁਨੀਆ ਵਿੱਚ ਰਹਿਣ ਵਾਸਤੇ, ਇੱਕ ਅਲੱਗ ਤਰ੍ਹਾਂ ਦੀ ਪਲੀਜ਼ਮੈਂਟ ਵਾਸਤੇ ਜਿਹੜਾ ਹੈਗਾ। ਸੋ ਇਸ ਤਰ੍ਹਾਂ ਦੇ ਜਿਹੜੇ ਦਰਵਯ ਆਉਂਦੇ ਹੈਗੇ। ਫਿਰ ਆਉਂਦੇ ਇਨਐਬਰੀਐਂਟ, ਜਿਹੜੇ ਖਾਸ ਕਰ ਮੱਦੇ, ਸਿਰਕਾ, ਸ਼ਰਾਬ ਦੇਖੋ ਕਿ ਬੜੇ ਕੋਮਲੀ ਚੱਲਦੀ ਹੈਗੀ, ਲੋਕ ਕਿਸ ਵਾਸਤੇ ਪੀਂਦੇ ਹੈਗੇ, ਤਾਂ ਕਿ ਨਸ਼ਾ ਹੋ ਸਕੇ ਹੈਗਾ, ਇਹ ਵੀ ਮਾਦਕਤਾ ਕਰਦੀ ਹੈਗੀ ਹੈ। ਪ੍ਰਲਾਪਕ, ਜਿਹਨੂੰ ਲੈਣ ਤੋਂ ਬਾਅਦ ਆਦਮੀ ਅਨਾਪ ਸ਼ਨਾਪ ਗੱਲਾਂ ਕਰੇ। ਹੁਣ ਖਾਸ ਕਰ ਤੁਸੀਂ ਦੇਖਿਆ ਹੋਏਗਾ ਜਦ ਭਾਂਗ ਦੇ ਪਕੌੜੇ ਬੰਦੇ ਮਹਾਸ਼ਿਵਰਾਤਰੀ ਵਗੈਰਾ 'ਤੇ ਜਾਂ ਖਾਸ ਕਰ ਇਸ ਤਰ੍ਹਾਂ ਦੇ, ਤਾਂ ਉਹਦੇ ਵਿੱਚ ਧਤੂਰੇ ਦੀ ਅਡਲਟ੍ਰੇਸ਼ਨ ਹੋ ਜਾਂਦੀ ਹੈਗੀ ਹੈ। ਧਤੂਰਾ, ਭਾਂਗ ਇਹਨਾਂ ਨੂੰ ਮਿਕਸ ਕਰ ਲੈਂਦੇ ਹੈਗੇ, ਤਾਂ ਕੀ ਹੁੰਦਾ, ਆਦਮੀ ਕੁਝ ਖਾ ਪੀ ਕੇ ਬਹਿ ਕੇ ਕੁਝ ਅਲੱਗ-ਅਲੱਗ ਤਰ੍ਹਾਂ ਦੀ ਗੱਲਾਂ ਕਰਨੀ ਸ਼ੁਰੂ ਕਰ ਦਿੰਦਾ, ਜਿਹੜੀ ਕਦੀ ਉਸਨੇ ਸੋਚੀ ਵੀ ਨਹੀਂ ਹੁੰਦੀ, ਉਸ ਤਰ੍ਹਾਂ ਦੀ ਗੱਲਾਂ ਕਰਨੀ ਸ਼ੁਰੂ ਕਰ ਦਿੰਦਾ ਹੈ। ਸੋ ਇਹ ਉਹ ਚੀਜ਼ਾਂ ਹੈਗੀਆਂ ਜਿਹੜੀ ਖਾਸ ਕਰ ਤੁਸੀਂ ਧਤੂਰਾ ਹੋ ਗਿਆ, ਕੋਕੇਨ ਹੋ ਗਈ, ਇਹ ਸਾਰੇ ਇਸ ਤਰ੍ਹਾਂ ਦੇ ਵਿਸ਼ ਵਾਲਾ ਪਾਰਟ ਇਸ ਦੇ ਅੰਦਰ ਆਉਂਦਾ ਹੈ। ਫਿਰ ਆਉਂਦਾ ਸਪਾਈਨਲ ਪਾਇਜ਼ਨ, ਕੁਚਲਾ। ਕੁਚਲੇ ਜਦੋਂ ਤੁਸੀਂ ਅਕਸ਼ੇਪ ਪੜੋਗੇ ਕੀ ਹੁੰਦਾ ਹੈ, ਸਪਾਈਨ ਇੱਕ ਖਾਸ ਕਰ ਸਪਾਈਨਲ ਨਰਵ ਜਾ ਰਹੀਆਂ ਹੈਗੀਆਂ। ਕੁਚਲਾ ਅੱਗੇ ਮੈਂ ਪੂਰੀ ਡਿਟੇਲ ਵਿੱਚ ਕਰਾਂਗਾ ਵਾਸਨਾ ਕੁਚਲਾ ਬਾਰੇ। ਕੁਚਲਾ ਬਾਰੇ ਕੀ ਹੈ, ਖਾਸ ਕਰ ਨਰਵਸ ਨੂੰ ਜਿਹੜੀ ਖਾਸ ਕਰ ਜਿਹੜੀ ਸਪਾਈਨਲ ਨਰਵਸ ਹੈਗੀਆਂ ਉਹਦੀ ਵਜ੍ਹਾ ਨਾਲ ਕੀ ਹੋਏਗਾ, ਫਿਸਟੋਟੋਨਸ ਪੋਜੀਸ਼ਨ, ਪ੍ਰੋਸਟੋਟੋਨਸ ਪੋਜੀਸ਼ਨ, ਅਲੱਗ-ਅਲੱਗ ਤਰ੍ਹਾਂ ਦੀ ਪੋਜੀਸ਼ਨ ਵਿੱਚ ਮੇਨਟੇਨ ਹੋਣਗੇ, ਅਕਸ਼ੇਪ ਆਉਣਗੇ ਜਿਹੜੇ ਹੈਗੇ। ਫਿਰ ਆਉਂਦੇ ਹੈਗੇ ਪੈਰੀਫਰਲ ਪਾਇਜ਼ਨ, ਪੋਨੀਅਮ ਤੇ ਕਲੂਰੇ, ਜਿਹੜੇ ਪੈਰੀਫਰਲ ਨਰਵਸ ਨੂੰ ਇਫੈਕਟ ਕਰਦੇ ਨੇ। ਸੋ ਇਹ ਸਭ ਪਾਰਟ ਸੀ ਨਿਊਰੋਟਿਕਸ ਦਾ। ਫੋਰਥ ਪਾਰਟ ਹੈ ਤਾਂ ਛੋਟਾ ਜਿਹਾ ਬਟ ਲੇਕਿਨ ਹੈ ਬੜਾ ਇੰਪੋਰਟੈਂਟ, ਹਿਰਦੇ ਪ੍ਰਭਾਵ ਵਿੱਚ, ਜਿਹਨੂੰ ਕਾਰਡਿਕ ਪਾਇਜ਼ਨਸ ਕਹਿੰਦੇ ਨੇ। ਠੀਕ ਹੈ, ਕਾਰਡਿਕ ਪਾਇਜ਼ਨ ਜਿਹੜੇ ਸਿੱਧੇ ਹਿਰਦੇ ਤੇ ਅਸਰ ਕਰਦੇ ਨੇ। ਹਾਲਾਂਕਿ ਇਹਨਾਂ ਦਾ ਔਸ਼ਧ ਦੇ ਤੌਰ ਤੇ ਵੀ ਯੂਜ਼ ਕੀਤਾ ਜਾਂਦਾ ਹੈ। ਹੁਣ ਤੁਸੀਂ ਹਿਰਦ ਪੱਤਰੀ ਪੜ੍ਹੋਗੇ, ਡਿਜੀਟੈਲਿਸ ਹੈ ਨਾ, ਡਿਜੀਟੈਲਿਸ ਦਾ ਪ੍ਰਯੋਗ ਐਲੋਪੈਥਿਕ ਸਾਇੰਸ ਵਿੱਚ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ। ਕਿਸ ਵਾਸਤੇ ਕੀਤਾ ਜਾਂਦਾ ਹੈ, ਐਜ਼ ਏ ਹਾਰਟ ਦੇ ਟੋਨਿਕ ਦੇ ਤੌਰ ਤੇ। ਜਿੱਥੇ ਤੁਹਾਡਾ ਹਾਰਟ ਦਾ ਆਊਟਪੁੱਟ ਕੰਮ ਹੋ ਜਾਂਦਾ, ਉੱਥੇ ਡਿਜੀਟਲਾਈਜ਼ ਕਰਦੇ ਆ ਜਿਹੜੇ ਡਾਕਟਰਸ ਹੈਗੇ ਆ। ਅਗਰ BHU ਦੀ ਰਿਸਰਚ ਕਰੋਗੇ, ਹਿਰਦਪੱਤੀ ਆਸਨ ਵੀ ਬਣਾਉਂਦੇ ਆ ਉੱਥੇ ਜਿਹੜਾ ਹੈਗਾ, ਤਾਂ ਕਿ ਉਹਦਾ ਯੂਜ਼ ਕੀਤਾ ਜਾ ਸਕੇ ਜਿਹੜਾ ਹੈਗਾ। ਬਟ ਅਗਰ ਉਸੇ ਵਿਸ਼ ਨੂੰ ਅਗਰ ਤੁਸੀਂ ਤਰੀਕੇ ਨਾਲ ਨਹੀਂ ਲਿਆ, ਟੈਗੋਕਸਿਨ ਦੀ ਟੇਬਲੇਟ ਆਉਂਦੀ 5 ਦਿਨ ਦਿੱਤੀ ਜਾਂਦੀ ਹੈ ਹਫ਼ਤੇ ਦੇ ਅੰਦਰ, ਸੋਚ ਸਮਝ ਕੇ ਉਹਦੀ ਪ੍ਰੋਪਰ ਡੋਜ਼ ਦਿੱਤੀ ਜਾਂਦੀ ਹੈਗੀ। ਅਗਰ ਉਹ ਪ੍ਰੋਪਰ ਤਰੀਕੇ ਨਾਲ ਨਹੀਂ ਯੂਜ਼ ਕੀਤਾ ਤਾਂ ਉਹ ਹਿਰਦੇ ਨੂੰ ਬਲਕਿ ਉਲਟਾ ਪ੍ਰਭਾਵ ਕਰਦਾ ਹੈਗਾ। ਉਹ ਅਗਰ ਇੰਨਾ ਬੁਰਾ ਹਾਲ ਕਰ ਦੇਗਾ, ਇੰਨਾ ਛਤੀ ਕਰ ਦੇਗਾ ਕਿ ਆਦਮੀ ਦੀ ਮੌਤ ਤੱਕ ਵੀ ਹੋ ਸਕਦੀ ਹੈਗੀ ਹੈ। ਸਿਮਿਲਰਲੀ ਵਾਸਨਾ ਹੈਗਾ, ਤੰਬਾਕੂ ਬਹੁਤ ਕਾਮਨ ਹੈ। ਠੀਕ ਹੈ, ਕਿ ਇੱਕ ਬਹੁਤ ਵੱਡਾ ਐਗਜ਼ਾਮਪਲ ਹੈ ਕਿ ਉਹ ਪਹਿਲੇ ਲਾਲ ਦੰਤ ਮੰਜਨ, ਲਾਲ ਪੇਸਟ ਹੈ ਨਾ, ਬੜੇ ਨਾਮ ਕਾਮਨ ਵਿੱਚ ਹੁੰਦੇ ਸੀ। ਕਿਸੇ ਟਾਈਮ 'ਤੇ ਇਹਨਾਂ ਦਾ ਬੜਾ ਬੂਮ ਆਇਆ ਮਾਰਕੀਟ ਦੇ ਅੰਦਰ ਕਿ ਲਾਲ ਦੰਤ ਮੰਜਨ ਹੋਣਾ ਚਾਹੀਦਾ, ਲਾਲ ਹੋਣਾ ਚਾਹੀਦਾ। ਲੇਕਿਨ ਦੇਖਿਆ ਗਿਆ ਕਿ ਜਦ ਜਿੰਨੇ ਲੋਕ ਜ਼ਿਆਦਾਤਰ ਯੂਜ਼ ਕਰ ਰਹੇ ਸੀ, ਉਹਨਾਂ ਦੇ ਨਾਲ ਹੀ ਜ਼ਿਆਦਾ ਕਾਰਡਿਕ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਗਈਆਂ। ਕਿਉਂ? ਕਿਉਂਕਿ ਉਹ ਕੀ ਹੋ ਰਿਹਾ ਸੀ, ਕਿਉਂਕਿ ਉਸ ਵਿੱਚ ਪਹਿਲੇ ਕੀ ਹੁੰਦਾ ਸੀ, ਹੁਣ ਨਹੀਂ ਆ ਰਿਹਾ, ਲੇਕਿਨ ਪਹਿਲੇ ਕੀ ਹੁੰਦਾ ਸੀ, ਤੰਬਾਕੂ ਯੂਜ਼ ਹੁੰਦਾ ਸੀ। ਤੰਬਾਕੂ ਨੂੰ ਦੰਤ ਪ੍ਰਕਸ਼ਾਲਨ ਵਾਸਤੇ, ਦੰਤਾਂ ਨੂੰ ਸਾਫ਼ ਕਰਨ ਵਾਸਤੇ ਯੂਜ਼ ਕਰਦੇ ਸੀ ਪਹਿਲੇ ਕਿਸੇ ਟਾਈਮ। ਉਹਦੀ ਬਹੁਤ ਕਮ ਅਮਾਊਂਟ ਹੁੰਦੀ ਸੀ, ਬਟ ਉਹ ਕੀ ਹੁੰਦਾ ਸੀ, ਐਬਜ਼ੋਰਬ ਹੁੰਦਾ ਸੀ। ਜਦ ਲੰਬੇ ਟਾਈਮ ਤੋਂ ਐਬਜ਼ੋਰਬ ਹੁੰਦਾ ਚਲੇ ਜਾਂਦੇ ਸੀ, ਉਹਦੇ ਇਫੈਕਟਸ ਆਉਣੇ ਸ਼ੁਰੂ ਹੋ ਜਾਂਦੇ ਸੀ। ਨਾ ਚਾਹੁੰਦੇ ਵੀ ਜਿਹੜਾ ਬੰਦਾ ਤੰਬਾਕੂ ਨਹੀਂ ਲੈ ਰਿਹਾ ਹੈਗਾ, ਉਹ ਤੰਬਾਕੂ ਲੈਂਦਾ ਰਹਿੰਦਾ ਸੀ। ਫਿਰ ਜਦ ਲੌਂਗ ਟਰਮ ਦੇ ਇਫੈਕਟਸ ਦੇਖੇ ਗਏ ਤਾਂ ਫਿਰ ਉਸ ਪਾਰਟ ਨੂੰ ਬੰਦ ਕੀਤਾ ਗਿਆ ਜਿਹੜਾ ਹੈਗਾ। ਇਸ ਲਈ ਇਹ ਉਹ ਚੀਜ਼ਾਂ ਹੈਗੀ ਜਿਹੜੀ ਕੋਮਨਲੀ ਯੂਜ਼ ਵੀ ਹੁੰਦੀ ਹੈ।
ਔਰ ਹਿਰਦੇ ਪ੍ਰਭਾਵਕ ਵਿੱਚ ਜਿਹੜੇ ਹੈਗੇ ਬਹੁਤ ਇੰਪੋਰਟੈਂਟ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜੀ ਔਸ਼ਧੀ ਦੇ ਅੰਦਰ ਕਿਸ ਤਰ੍ਹਾਂ ਦਾ ਵਿਸ਼ ਪਿਆ। ਅਗਰ ਉਹ ਵਿਸ਼ ਤੁਸੀਂ ਜ਼ਿਆਦਾ ਕੁਆਂਟੀਟੀ ਵਿੱਚ ਦੇ ਦੋਗੇ ਤਾਂ ਸਭ ਤੋਂ ਪਹਿਲੇ ਕਾਰਡਿਕ ਸਿੰਪਟਮਸ ਅਰਾਈਜ਼ ਹੋਣੇ ਸ਼ੁਰੂ ਹੋ ਜਾਣਗੇ। ਸੋ ਇਹ ਚੀਜ਼ ਬਹੁਤ ਇੰਪੋਰਟੈਂਟ ਹੈ। ਫਿਰ ਆਉਂਦਾ ਸ਼ਵਾਸਾ ਵਿਰੋਧੀ ਵਿਸ਼, ਐਸਫਿਕਸੀਐਂਸ, ਜਿਹੜੇ ਰੈਸਪੀਰੇਟਰੀ ਪਾਰਟ ਤੇ ਜਿਹੜੇ ਰੈਸਪੀਰੇਟਰੀ ਸਿਸਟਮ ਤੇ ਪ੍ਰਭਾਵ ਕਰਦੇ ਨੇ। ਇਹਦੇ ਵਿੱਚੋਂ ਕਿਹੜੀ ਚੀਜ਼ਾਂ ਜ਼ਿਆਦਾਤਰ, ਇਹਦੇ ਵਿੱਚ ਜ਼ਿਆਦਾ ਚੀਜ਼ਾਂ ਹੈ ਕਿ ਗੈਸਿਸ, ਖਾਸ ਕਰ ਕਾਰਬਨ ਮੋਨੋਆਕਸਾਈਡ, ਕਾਰਬਨ ਮੀਥੇਨ ਵਗੈਰਾ, ਕੋਇਲੇ ਦੀ ਗੈਸ ਜਿਹੜੀ ਹੈਗੀਆਂ, ਇਹ ਸਾਰੀ ਕਿਹੜੀ ਹੈਗੀਆਂ ਜਿਹੜੀ ਸਾਡੇ ਅੰਦਰੋਂ ਸਾਹ ਲੈਣਾ ਮੁਸ਼ਕਿਲ ਕਰ ਦਿੰਦੀਆਂ ਹੈ। ਠੀਕ ਹੈ, ਸਾਡੀ ਹੀਮੋਗਲੋਬਿਨ ਦੇ ਨਾਲ ਰਿਐਕਟ ਕਰਕੇ ਉਸ ਨੂੰ ਚੇਂਜ ਕਰ ਦਿੰਦੀਆਂ ਹੈਗੀਆਂ, ਜਿਹਦੀ ਵਜ੍ਹਾ ਨਾਲ ਸਾਡਾ ਜਿਹੜੀ ਆਕਸੀਜਨ ਕੈਰਿੰਗ ਕੈਪੈਸਿਟੀ ਹੈਗੀ ਸਾਡੀ ਬਲੱਡ ਦੀ ਖਤਮ ਹੋ ਜਾਂਦੀ ਹੈਗੀ ਜਾਂ ਕਮ ਹੋ ਜਾਂਦੀ ਹੈਗੀ, ਆਕਸੀਜਨ ਸੈਚੂਰੇਸ਼ਨ ਡਿਪ ਕਰ ਜਾਂਦੀ ਹੈਗੀ, ਜਿਹਦੀ ਵਜ੍ਹਾ ਨਾਲ ਸਾਡਾ ਸਾਹ ਲੈਣਾ ਜਿਹੜਾ ਹੈਗਾ ਉਹ ਔਖਾ ਹੋ ਜਾਂਦਾ ਹੈ। ਸੋ ਦਿਸ ਵੈਰਾਈਟੀ ਇਜ਼ ਕਾਲਡ ਐਸਫਿਕਸੀਐਂਸ। ਔਰ ਲਾਸਟ ਪਾਰਟ ਵਿੱਚ ਸਾਰੇ ਅਦਰਸ ਪਾਰਟ, ਅਦਰ ਵਿੱਚ ਸਾਰੇ ਡਰੱਗਸ ਆਉਂਦੇ ਹਨ। ਜ਼ਿਆਦਾਤਰ ਮੈਕਸਿਮਮ ਉਹ ਡਰੱਗਸ ਆਉਂਦੇ ਹਨ ਜਿਸ ਤਰ੍ਹਾਂ ਐਂਟੀ ਐਨਾਲਜੈਸਿਕ, ਐਂਟੀਪਾਇਰੇਟਿਕਸ। ਤੁਸੀਂ ਦੇਖੋਗੇ ਕਾਮਨਲੀ ਬੜਾ ਕਾਮਨ ਜਿਹਾ ਹੈਗਾ ਜੀ, ਜੋ ਵੀ ਦਿੱਕਤ ਦਰਦ ਹੋ ਜੀ ਕੋਮੀਫਲੇਮ ਖਾ ਲਓ। ਮੇਰੇ ਖਿਆਲ ਅੱਧੇ ਤੋਂ ਜ਼ਿਆਦਾ ਦੁਨੀਆ ਜਿਹੜੀ ਹੈਗੀ ਕੋਮੀਫਲੇਮ ਖਾਣ ਦੀ ਬੜੀ ਸ਼ੌਕੀਨ ਹੈਗੀ ਹੈ। ਥੋੜ੍ਹਾ ਜਿਹਾ ਸਿਰ ਦਰਦ ਹੋਏ ਚਲੋ ਕੋਮੀਫਲੇਮ ਖਾ ਲਓ, ਲੇਕਿਨ ਉਹਦੀ ਇੱਕ ਲਿਮਿਟ ਹੈ ਨਾ। ਅਗਰ ਤੁਸੀਂ ਸਪੋਜ਼ ਤੁਸੀਂ ਕਮ ਮਾਤਰਾ ਵਿੱਚ ਵੀ ਲੈ ਰਹੇ ਹੋ ਲੇਕਿਨ ਲੈ ਰੋਜ਼ ਹੀ ਖਾਏ ਜਾ ਰਹੇ ਹੋ, ਸਵੇਰੇ ਵੀ ਖਾ ਲਈ, ਜਦ ਮੌਕਾ ਮਿਲੇ ਥੋੜ੍ਹਾ ਜਿਹਾ ਸਿਰ ਦਰਦ ਹੋਇਆ ਖਾ ਲਈ, ਤਾਂ ਉਹ ਵੀ ਤਾਂ ਇਫੈਕਟ ਕਰੇਗੀ। ਸਿਮਿਲਰਲੀ ਇਸ ਤਰ੍ਹਾਂ ਬਹੁਤ ਸਾਰੀ ਦਰਦਾਂ ਦੀ ਦਵਾਈਆਂ ਤੁਸੀਂ ਦੇਖੋਗੇ ਲੋਕ ਦਰਦਾਂ ਦੀ ਦਵਾਈਆਂ ਦੇ ਆਦੀ ਹੋਏ ਪਏ ਹੈਗੇ। ਹੁਣ ਤੱਕ ਫਿਰ ਟ੍ਰੈਮਾਡੋਲ ਸ਼ਡਿਊਲ ਐਚ ਵਿੱਚ ਆ ਗਿਆ, ਟ੍ਰੈਮਾਡੋਲ ਹੋ ਗਿਆ, ਟਪੈਂਟਾਡੋਲ ਹੋ ਗਿਆ, ਇਹ ਸਾਰੀ ਚੀਜ਼ਾਂ ਕੀ ਸੀ, ਇਹ ਸਾਈਕਲੋਫੈਨਿਕ ਹੋ ਗਿਆ, ਲੋਕ ਇਹਦੇ ਆਦੀ ਹੋਏ ਆ। ਖਾਸ ਕਰ ਦਰਦਾਂ ਵਾਲੇ ਪੇਸ਼ੈਂਟ ਨੂੰ ਤੁਸੀਂ ਸਮਝਾਉਂਦੇ ਵੀ ਹੋ ਕਿ ਨਹੀਂ ਇਹ ਚੀਜ਼ਾਂ ਨਹੀਂ ਖਾਣੀਆਂ, ਤੁਹਾਡੀ ਕਿਡਨੀਜ਼ ਤੇ ਕੱਲ੍ਹ ਨੂੰ ਤੁਹਾਡੇ ਲੀਵਰ ਡਿਜ਼ੀਜ਼ ਦਾ ਇਫੈਕਟ ਆ ਸਕਦਾ ਹੈਗਾ, ਬਟ ਉਹ ਕੀ ਕਰਦੇ ਆ ਲੇਕਿਨ ਦਰਦ ਦੇ ਮਾਰੇ ਉਹ ਖਾ ਰਹੇ, ਲਗਾਤਾਰ ਖਾ ਰਹੇ ਹੈਗੇ। ਤਾਂ ਕੱਲ੍ਹ ਨੂੰ ਅੱਜ ਨਹੀਂ ਤਾਂ ਕੱਲ੍ਹ ਨੂੰ ਉਹਦੇ ਪੋਇਜ਼ਨਸ ਇਫੈਕਟ ਜਿਹੜੇ ਹੈਗੇ, ਟੌਕਸਿਕ ਇਫੈਕਟ ਆਪਾਂ ਰਾਦਰ ਇਸ ਨੂੰ ਕਹੀਏ ਟੌਕਸਿਕ ਇਫੈਕਟ ਉਹਨਾਂ 'ਤੇ ਦਿਖਾਈ ਦੇਣਗੇ ਹੀ ਦੇਣਗੇ। ਇਸ ਤੋਂ ਇਲਾਵਾ ਪਹਿਲੇ ਇੱਕ ਬੜਾ ਪ੍ਰਚਲਨ ਹੁੰਦਾ ਸੀ, ਮਤਲਬ ਜਿਸ ਤਰ੍ਹਾਂ ਹੁਣ ਅੱਜ ਕੱਲ੍ਹ ਪਾਨ ਗੁਟਕਾ ਬੀੜੀ ਵਾਲੇ ਨਹੀਂ ਹੁੰਦੇ, ਉਹ ਅਲੱਗ-ਅਲੱਗ ਪਾਨ ਦੀ ਪੂਰੀ ਇੱਕ ਰੂ ਆਉਂਦੀ ਹੈਗੀ ਆ। ਇਹਦਾ 70s 80s ਕੀ ਸੀ, ਐਸਪਿਰਿਨ ਵੀ ਇਸ ਤਰ੍ਹਾਂ ਵਿਕਦੀ ਸੀ। ਜਿਹੜਾ ਡਰੱਗ ਆਪਾਂ ਡਿਸਪਿਨ ਖਾਂਦੇ, ਐਸਪਿਰਿਨ ਖਾਂਦੇ ਨਾ, ਉਹ ਇਸ ਤਰ੍ਹਾਂ ਹੀ ਵਿਕਦਾ ਹੁੰਦਾ ਸੀ। ਕਹਿੰਦੇ ਇੱਕ ਸ਼ੌਕ ਪੈਦਾ ਸੀ ਕਿ ਹਾਂ ਜੀ ਐਸਪਿਰਿਨ ਖਾਏਂਗੇ, ਠੀਕ ਹੈ ਨਾ। ਤੇ ਖਾਸ ਕਰ ਐਸਪਿਰਿਨ, ਡਿਸਪਿਰਿਨ, ਇਹ ਉਹ ਡਰੱਗਸ ਹੈਗੇ ਆ ਜਿਹੜੇ ਤੁਸੀਂ ਮੰਨ ਕੇ ਚਲੋ ਬਹੁਤ ਜ਼ਿਆਦਾ ਇਰੀਟੇਸ਼ਨ ਪ੍ਰੋਡਿਊਸ ਕਰਦੇ ਹੈ, ਗੈਸਟ੍ਰਿਕ ਇਰੀਟੇਸ਼ਨ। ਹਾਂ ਠੀਕ ਹੈ, ਕੁਝ ਪੇਸ਼ੈਂਟ ਸਾਨੂੰ ਦੇਣਾ ਪੈਂਦਾ, ਹੁਣ ਕਾਰਡਿਕ ਪੇਸ਼ੈਂਟ ਸਾਨੂੰ ਦੇਣਾ ਪਏਗਾ। ਹੁਣ ਪ੍ਰੈਗਨੈਂਸੀ ਵਿੱਚ ਕਈ ਜਗ੍ਹਾ ਆਪਾਂ ਨੂੰ ਐਸਪਿਰਿਨ, ਕੋਲਸਪਿਨ ਵਗੈਰਾ ਦਾ ਯੂਜ਼ ਕਰਨਾ ਪੈਂਦਾ, ਲੇਕਿਨ ਉਹਨਾਂ ਦੇ ਵੀ ਹੁਣ ਯੋਗੀ ਜਿਹੜੇ ਆ ਚੁੱਕੇ ਆ ਉਹ ਖਾਸ ਕਰਕੇ ਕਿਸ ਤਰ੍ਹਾਂ ਦੇ ਆ ਗਏ, ਗੈਸਟ੍ਰੋ ਰੈਜ਼ਿਸਟੈਂਟ ਆ ਚੁੱਕੇ ਆ, ਜਿਹੜੇ ਗੈਸਟ੍ਰਿਕ ਇਰੀਟੇਸ਼ਨ ਪ੍ਰੋਡਿਊਸ ਨਹੀਂ ਕਰਦੇ, ਉਹਨਾਂ ਨੂੰ ਲੌਂਗ ਟਰਮ ਦਿੱਤਾ ਜਾ ਸਕਦਾ ਹੈ। ਬਟ ਇਹਨਾਂ ਦੇ ਲੌਂਗ ਟਰਮ ਕਾਫੀ ਸਾਈਡ ਇਫੈਕਟਸ ਹੈ, ਅਨੀਮੀਆ ਹੋਣਾ, ਬਾਕੀ ਤਰ੍ਹਾਂ ਦੀ ਕਾਫੀ ਪੈਂਟੀਪਲੇਟਡ ਡਰੱਗਸ ਹੈ, ਦਿੱਕਤ ਆਏਗੀ ਨਹੀਂ ਤਾਂ ਲੰਬੇ ਟਾਈਮ ਤੱਕ ਚੱਲਣ ਤੋਂ ਬਾਅਦ ਜਿਹੜੀ ਕਿ ਨੋਟੋ ਕਿਡਨੀ 'ਤੇ ਵੀ ਫਰਕ ਪਏਗਾ ਜਿਹੜਾ ਹੈਗਾ। ਸੋ ਪੈਰਾਸਟਾਮੋਲ ਯੂਨੋਚਿਕ ਦਾ ਪੈਰਾਸਟਾਮੋਲ ਪੜ੍ਹਦੇ ਤਾਂ ਕੀ ਲਿਖਿਆ ਹੁੰਦਾ ਹੈ, ਇਟ ਇਜ਼ ਇੰਜੂਰੀਅਸ ਟੂ ਲਿਵਰ, ਹੈ ਨਾ, ਜਦਕਿ ਸਭ ਤੋਂ ਸੇਫ ਹੈਗਾ ਜਿਹੜਾ ਹੈ, ਸਭ ਤੋਂ ਜਿਹੜਾ ਹੈਗਾ ਮੰਨਿਆ ਜਾਂਦਾ ਹੈ। ਫਿਰ ਆਉਂਦੇ ਐਂਟੀ ਹਿਸਟਾਮਿਨਸ, ਬੜੀ ਆਦਤ ਪਈ ਹੈ ਲੋਕਾਂ ਨੂੰ, ਛਿੱਕਾ ਮਾਰਦੇ ਰਾਤ ਨੂੰ, ਸਿਟੀਜ਼ਨ ਖਾਈ ਔਰ ਸੋ ਗਏ, ਹੈ ਨਾ। ਸਭ ਤੋਂ ਕਾਮਨ ਜੀ ਪ੍ਰੋਬਲਮ ਹੈਗੀ ਵੀ ਸਿਟੀਜ਼ਨ ਖਾ ਲਓ ਕੰਮ ਬਣ ਗਿਆ, ਉਹ ਸਿਟੀਜ਼ਨ ਦੀ ਸਸਤੀ ਦੀ ਮਿਲਦੀ 2 ਰੁਪਏ ਦਾ ਪੱਤਾ ਖਾਇਆ ਜੀ। ਬਟ ਤੁਸੀਂ ਇਹ ਵੀ ਸੋਚੋ ਉਹਨਾਂ ਐਂਟੀ ਹਿਸਟਾਮਿਨਸ ਦੇ ਅਗਰ ਤੁਸੀਂ ਸਾਈਡ ਇਫੈਕਟਸ ਪੜੋਗੇ ਬਹੁਤ ਜ਼ਿਆਦਾ ਹੈਗੇ, ਠੀਕ ਹੈ, ਕਾਰਡਿਕ ਰਿਦਮੀਆ ਤੱਕ ਰਿਡਿਊਸ ਕਰ ਸਕਦੇ ਐਂਟੀ ਹਿਸਟਾਮਿਨਸ ਜਿਹੜੇ ਹੈਗੇ। ਸੋ ਉਹਨਾਂ ਦੀ ਇੱਕ ਲਿਮਿਟਸ ਹੈਗੀ ਹੈ। ਟ੍ਰਿੰਕੁਲਾਈਜ਼ਰਸ, ਲੋਕ ਜ਼ਿਆਦਾ ਟ੍ਰਿੰਕੁਲਾਈਜ਼ਰ ਐਂਡ ਐਂਗਜ਼ਾਇਟੀ ਕਿਸ ਵਾਸਤੇ ਲੈਂਦੇ, ਟ੍ਰਾਈਸਾਈਕਲਿਕ ਐਂਟੀ ਡਿਪਰੈਸੈਂਟ, ਐਂਗਜ਼ਾਇਟੀ ਹੈ, ਡਿਪਰੈਸ਼ਨ ਹੈ, ਥੋੜ੍ਹੀ ਜਿਹੀ ਪ੍ਰੋਬਲਮ ਹੋਈ ਨਾਲ ਦੇ ਨਾਲ ਕੋਈ ਪਹਿਲੇ ਕੀ ਸੀ ਐਲਪ੍ਰੈਕਸ ਦੀ ਗੋਲੀ ਖਾ ਲਓ, ਇਹ ਖਾ ਲਓ, ਉਹ ਖਾ ਲਓ। ਹੁਣ ਅੱਜ ਕੱਲ੍ਹ ਆ ਗਿਆ ਇਟਜ਼ੋਲੈਮ ਆ ਗਈ, ਥੋੜ੍ਹੀ ਜਿਹੀ ਦਿੱਕਤ ਹੋਈ ਚੂਸ ਲਓ ਜੀ, ਹਾਂਜੀ ਐਲਪ੍ਰੈਕਸ ਖਾ ਲਓ, ਕੋਲਾਇਜ਼ੀਬਾਮ ਖਾ ਲਓ। ਬਟ ਇਹ ਰਾਦਰ ਕੀ ਹੈਗਾ, ਆਪਾਂ ਕਿਸ ਨੂੰ ਧੋਖਾ ਦੇ ਰਹੇ ਹਾਂ, ਆਪਣੇ ਸਰੀਰ ਨੂੰ ਧੋਖਾ ਦੇ ਰਹੇ ਹਾਂ। ਅਗਰ ਮੈਂਟਲੀ ਆਪਾਂ ਸਟਰੋਂਗ ਹੈਗੇ, ਸਾਨੂੰ ਪਤਾ ਲਾਈਫ ਨੂੰ ਕਿਸ ਤਰ੍ਹਾਂ ਜੀਣਾ ਤੇ ਕਿ ਸਾਨੂੰ ਇਹਨਾਂ ਡਰੱਗਸ ਦੀ ਜ਼ਰੂਰਤ ਹੈ ਨਹੀਂ, ਕਿਉਂਕਿ ਨੈਚੁਰਲੀ ਇਹ ਚੀਜ਼ਾਂ ਉਹਨਾਂ ਲੋਕਾਂ ਵਾਸਤੇ ਜਿਹੜੇ ਬਿਲਕੁਲ ਮਤਲਬ ਜਿਹਨੂੰ ਕਹੀਏ ਕਿ ਕੋਈ ਇਫੈਕਟ ਨਹੀਂ ਕੰਮ ਕਰ ਰਹੀ, ਤੁਹਾਡੀ ਕਾਉਂਸਲਿੰਗ ਪਾਰਟ, ਤੁਹਾਡਾ ਜਿਹੜਾ ਬਾਕੀ ਆਪਣੀ ਇੱਕ ਜਿਹਨੂੰ ਕਹਿੰਦੇ ਸਟਰੋਂਗ ਵਿਲ ਪਾਵਰ ਕੰਮ ਨਹੀਂ ਕਰ ਰਹੀ, ਦੋਜ਼ ਪੀਪਲ ਨੀਡ ਇਟ। ਔਰ ਉਹ ਵੀ ਉਸ ਵਾਸਤੇ ਜਿਹੜੀ ਲਾਈਫ ਥ੍ਰੈਟਨਿੰਗ ਹੈਗੀ, ਲਾਈਫ ਥ੍ਰੈਟਨਿੰਗ ਦੇ ਬੇਸ 'ਤੇ ਅਗਰ ਆਪਾਂ ਗੱਲ ਕਰੀਏ, ਲਾਈਫ ਥ੍ਰੈਟਨਿੰਗ ਜਿਹੜੀ ਹੋਏਗੀ ਉਹ ਇੱਕ ਚੀਜ਼ ਅੱਗੇ ਆਉਣ ਵਾਲੇ ਟਾਈਮ ਵਿੱਚ ਦਿੱਕਤ ਕ੍ਰੀਏਟ ਕਰੇਗੀ। ਹੋ ਕੀ ਰਿਹਾ, ਜ਼ਿਆਦਾਤਰ ਲੋਕ ਨਸ਼ੇ ਲੈ ਰਹੇ ਹੈਗੇ। ਪੰਜਾਬ ਵਿੱਚ ਤਾਂ ਬਹੁਤ ਬੁਰਾ ਹਾਲ ਹੈ, ਪੰਜਾਬ, ਹਰਿਆਣਾ, ਇਹਨਾਂ ਸਟੇਟਸ ਦੇ ਅੰਦਰ ਬਹੁਤ ਬੁਰਾ ਹਾਲ ਹੈ, ਦਵਾਈਆਂ ਦੇ ਨਾਂ 'ਤੇ ਬਹੁਤ ਕੁਝ ਮਿਲਦਾ ਹੈ। ਸੋ ਦੀਜ਼ ਥਿੰਗਸ। ਉਸ ਤੋਂ ਬਾਅਦ ਆਉਂਦੇ ਹੈਗੇ ਸਟਿਮੂਲੈਂਟਸ, ਜ਼ਿਆਦਾਤਰ ਪੇਪਰਾਂ ਵਿੱਚ ਜਾਗਣ ਵਾਸਤੇ ਤੁਸੀਂ ਯੂਜ਼ ਕਰਦੇ ਹੋ, ਹੈ ਨਾ, ਵੀ ਸਰ ਨੀਂਦ ਬੜੀ ਆਉਂਦੀ, ਜਦ ਵੀ ਪੇਪਰ ਆਉਂਦਾ ਪਤਾ ਨਹੀਂ ਕਿਉਂ ਨੀਂਦ ਆਉਂਦੀ ਹੈ ਜੀ, ਬਸ ਜਦ ਗੋਲੀ ਖਾਈ ਕੰਮ ਖਤਮ, ਵੀ ਗੋਲੀ ਖਾ ਕੇ ਪੇਪਰ ਪਾਸ ਕਰ ਲਓ, ਠੀਕ ਹੈ ਨਾ। ਸੋ ਦੀਜ਼ ਆਰ ਦਾ ਡਰੱਗਸ। ਅੱਜ ਤੱਕ ਕੁਝ ਨਹੀਂ ਕਹਿ ਰਿਹਾ ਤੁਹਾਨੂੰ ਜਿਹੜਾ ਹੈਗਾ, ਲੇਕਿਨ ਆਉਣ ਵਾਲੇ ਟਾਈਮ ਵਿੱਚ ਤੁਹਾਡੀ ਨੀਂਦ ਵਾਲਾ ਪਾਰਟ ਜਿਹੜਾ ਹੈਗਾ ਨਾ ਉਹ ਖਰਾਬ ਹੋ ਜਾਏਗਾ। ਜਿਹੜਾ ਨੀਂਦ ਦਾ ਬਾਇਓ ਰਿਦਮ ਹੈਗੀ ਜਿਹੜੀ ਦਿਨੋਂ ਰਾਤ ਦੀ, ਉਹ ਖਤਮ ਹੋ ਜਾਏਗੀ, ਖਰਾਬ ਹੋ ਜਾਏਗੀ। ਜ਼ਿਆਦਾਤਰ ਲੋਕ ਪਸੰਦ ਕਰਦੇ ਰਾਤ ਨੂੰ ਜਾਗਣਾ, ਸਵੇਰੇ ਸੋਣਾ, ਬੜੀ ਕਾਮਨ ਜੀ ਹੈ। ਲੇਕਿਨ ਤੁਸੀਂ ਦੇਖਿਆ ਆਯੁਰਵੇਦ ਵਿੱਚ ਰਾਤਰੀ ਜਾਗਰਣ ਦੇ ਕਿੰਨੇ ਬੁਰੇ ਇਫੈਕਟਸ ਦੇ ਰੱਖੇ ਹੈਗੇ। ਰਾਤਰੀ ਜਾਗਰਣ ਕਿਸ ਤਰ੍ਹਾਂ ਦਾ ਕਿਹਾ ਗਿਆ ਹੈ ਨਾ,
ਵਾਯੂ ਵਧਾਉਂਦਾ ਹੈਗਾ, ਕਫ ਦਾ ਨਾਸ਼ ਕਰਦਾ ਹੈਗਾ। ਤੇ ਜਿੰਨੇ ਵਾਤ ਰੋਗ ਹੈਗੇ, ਜਿਹੜੇ ਸਾਰੇ ਐਲਰਜਿਕ ਰੋਗ ਹੋ ਰਹੇ ਆ, ਇਹ ਕੀ ਹੈਗੇ? ਵਾਯੂ ਦੇ ਰੋਗ ਹੈਗੇ। ਫਿਰ ਆਉਂਦਾ ਹੈਗਾ ਹੈਲੂਸੀਨੋਜਨਸ, ਜ਼ਿਆਦਾਤਰ ਨਸ਼ੇੜੀ ਲੋਕ ਯੂਜ਼ ਕਰਦੇ ਹੈਗੇ ਨਸ਼ਾ ਪ੍ਰੋਡਿਊਸ ਕਰਨ ਵਾਸਤੇ। ਜੋ ਚੀਜ਼ ਉਹ ਕਰ ਨਹੀਂ ਸਕਦੇ ਉਹਨੂੰ ਸੁਪਨੇ ਵਿੱਚ ਸੋਚਦੇ ਹੈਗੇ। ਇੱਕ ਇਮੈਜੀਨੇਸ਼ਨ ਹੈ, ਹੈਲੂਸੀਨੇਸ਼ਨ ਹੈਗਾ, ਉਸ ਤਰ੍ਹਾਂ ਦੀ ਚੀਜ਼ਾਂ ਹੋ ਗਈਆਂ। LSD ਹੋ ਗਿਆ, ਦਤੂਰਾ ਹੋ ਗਿਆ, ਇਹ ਸਭ ਚੀਜ਼ਾਂ ਉਹਨਾਂ ਵਿੱਚ ਆਉਂਦੀਆਂ ਹੈਗੀਆਂ। ਸੋ ਇਹ ਵਾਲਾ ਪਾਰਟ ਸੀ